13 ਦਸਖਤ ਤੇ ਸਟੈਂਪ ਲੱਗੀਆਂ ਨੇ, ਉਹਦੇ ਵਿੱਚ 11 ਮੁਸਲਮਾਨ ਨੇ, 11 ਮੁਸਲਮਾਨ ਨੇ, ਇੱਕ ਹਿੰਦੂ ਹੈ ਤੇ ਇੱਕ ਸਿੱਖ। ਮਹਾਰਾਜਾ ਰਣਜੀਤ ਸਿੰਘ ਲਾਹੌਰ ਦੀ ਪ੍ਰੋਟੈਕਸ਼ਨ ਵਾਸਤੇ ਆਇਆ। ਉਹ ਡਾਕੂ ਬਣ ਕੇ ਨਹੀਂ ਆਇਆ, ਬੁਲਵਾਇਆ ਗਿਆ, ਉਹਨੂੰ ਬੁਲਵਾਇਆ ਗਿਆ, ਉਹਨੂੰ ਇੱਜ਼ਤ ਦਿੱਤੀ ਗਈ। ਇਸੇ ਤਰ੍ਹਾਂ ਸਾਡੇ ਸਿੱਖ ਭਰਾਵਾਂ ਨੂੰ ਬੜਾ ਹੀ ਦੁੱਖ, ਬੜਾ ਹੀ ਰੰਜ ਹੋਇਆ। ਉਹਨਾਂ ਨੇ ਤੇ ਸੱਚ ਪੁੱਛੋ, ਉਹਨਾਂ ਨੇ ਇਹ ਕਿਹਾ ਕਿ ਮੁਸਲਮਾਨ ਨੇ ਬੜੀ ਗਲਤੀ ਕੀਤੀ, ਇਹ ਹੈ ਹੀ ਜ਼ਾਲਮ, ਮੁਸਲਮਾਨਾਂ ਤੋਂ ਅਸੀਂ ਇਹਦਾ ਬਦਲਾ ਲਵਾਂਗੇ, ਮੁਸਲਮਾਨਾਂ ਤੋਂ ਬਦਲਾ ਲਵਾਂਗੇ। ਉੱਥੇ ਕੋਈ ਸਿਆਣੇ ਸਿੱਖ ਵੀ ਸਨ, ਉਹਨੇ ਕਿਹਾ ਦਰਬਾਰ ਸਾਹਿਬ ਦੀ ਨੀਂਹ ਤੇ ਮੁਸਲਮਾਨ ਨੇ ਹੀ ਰੱਖੀ ਸੀ, ਹਜ਼ਰਤ ਮੀਆਂ ਮੀਰ ਸਾਹਿਬ ਨੇ ਰੱਖੀ ਸੀ, ਤੇ ਤੁਸੀਂ ਇਹ ਕਿਉਂ ਸੋਚ ਰਹੇ ਹੋ ਕਿ ਮੁਸਲਮਾਨਾਂ ਨੇ ਇਹ ਕੀਤਾ? ਇਹ ਮੁਸਲਮਾਨ ਨਹੀਂ ਹੈ, ਇਹ ਹੁਕਮਰਾਨ ਨੇ, ਇਹਨਾਂ ਦਾ ਮਜ਼ਹਬ ਹੁਕੂਮਤ ਹੈ, ਹੁਕੂਮਤ ਕਰਨਾ। ਖੈਰ, ਜਿਸਲੇ ਇਹ ਵਾਕਿਆ ਵੀ ਤੁਹਾਨੂੰ ਸੁਣਾਵਾਂ ਕਿ ਜਿਸਲੇ ਉਹਨੇ ਬਾਰੂਦ ਲਾਇਆ ਤੇ ਉੱਥੇ ਇੱਕ ਬੀਬੀ ਇੱਕ ਮਾਈ ਕੰਮ ਕਰਦੀ, ਦਾਸੀ ਸੀ ਟੈਂਪਲ ਦੀ, ਉਹਨੇ ਦੇ ਘੋੜੇ ਦੀ ਲਗਾਮ ਫੜ ਲਿੱਤੀ ਸੀ। ਉਹ ਕਿਹਾ ਕੰਮ ਨਾ ਕਰ, ਤਾਂ ਕਿਹਾ ਚੱਲ ਹਟ ਮਾਈ। ਇੰਨੀ ਦੇਰ ਵਿੱਚ ਜਿਸਲੇ ਉਹਨੇ ਬਾਰੂਦ ਨਾਲ ਗੋਲਡਨ ਟੈਂਪਲ ਉਡਾਇਆ ਨਾ, ਇੱਕ ਛੋਟਾ ਜਿਹਾ ਸਪਲੈਂਡਰ, ਇੱਕ ਕੰਕਰ, ਕੋਈ ਐਸੀ ਚੀਜ਼ ਮਾਮੂਲੀ ਜੀ ਉੱਥੋਂ ਨਿਕਲਦੀ ਹੈ ਤੇ ਸਿੱਧਾ ਉਹਦੇ ਇੱਥੇ ਲੱਗਦੀ ਹੈ। ਅੱਛਾ, ਉਹਦੀ ਮਰਮ ਪੱਟੀ ਕਰਕੇ ਚਲੇ ਜਾਂਦਾ। ਉਹ ਮਾਈ ਨੇ ਉਸ ਲਈ ਇੱਕ ਬਦਵਾ ਦਿੱਤੀ ਸੀ, ਜਾਂ ਤੇਰੇ ਮੂੰਹ 'ਚ ਕੀੜੇ ਪੈਣ। ਅੱਛਾ, ਖੈਰ ਉਹਨੇ ਇਹਦਾ ਇਲਾਜ ਇਲੂਜ ਕਰਾ ਕੇ ਇੱਥੋਂ ਵਾਪਸ ਚਲਾ ਗਿਆ। ਅਸੀਂ ਹੁਣ ਅੱਗੇ ਦੇਖਦੇ ਕੀ ਆ, ਬੜੇ ਮਜ਼ੇ ਦੀ ਗੱਲ ਹੈ ਕਿ ਜਿਸਲੇ ਵਾਪਸ ਗਿਆ ਤੇ ਉਹੀ ਜ਼ਖਮ ਅਲਸਰ ਬਣਦਾ ਹੈ, ਅਲਸਰ ਤੋਂ ਕੈਂਸਰ ਬਣਦਾ ਹੈ। ਜਿਸਲੇ ਕੈਂਸਰ ਬਣਦਾ ਹੈ ਤੇ ਇਹਦੇ ਮੂੰਹ 'ਚ ਮੈਗਟਸ ਪੈਦਾ ਹੋ ਜਾਂਦੇ ਨੇ, ਇਹਦਾ ਤਾਲੂ ਖਾਇਆ ਜਾਂਦਾ ਹੈ, ਤੇ ਇਹ ਆਪਣੇ ਚਿਹਰੇ ਤੇ ਖੋਲ ਚੜਾ ਕੇ ਰੱਖਦਾ ਸੀ। ਸੋਨੇ ਦਾ ਤੇ ਚਾਂਦੀ ਦਾ ਖੋਲ ਹੁੰਦਾ ਸੀ, ਉਹ ਚੜਾ ਲੈਂਦਾ ਸੀ। ਇਹ ਚਿਹਰਾ ਨਹੀਂ ਦਿਖਾ ਸਕਦਾ ਸੀ। ਜਿਸਲੇ ਮੂੰਹ ਖੁੱਲ੍ਹਦਾ ਸੀ ਤੇ ਜ਼ਬਾਨ ਤੇ ਕੀੜੇ ਡਿੱਗਦੇ ਸਨ। ਉਸ ਔਰਤ ਦੀ ਬਦਵਾ ਇਹਨੂੰ ਲੱਗੀ, ਅਹਿਮਦ ਸ਼ਾਹ ਅਬਦਾਲੀ ਨੂੰ, ਤੇ ਅਹਿਮਦ ਸ਼ਾਹ ਅਬਦਾਲੀ ਐਸੇ ਬਿਮਾਰੀ 'ਚ ਫੌਤ ਹੋਇਆ। ਬੜੇ ਲੋਕਾਂ ਨੂੰ ਪੁੱਛਿਆ ਕਿ ਇਹਦਾ ਇਲਾਜ, ਉਹਨੇ ਕਿਹਾ ਤੈਨੂੰ ਬਦਵਾ ਲੱਗ ਗਈ। ਹੀ ਡਾਈਡ ਫਰੋਮ ਦਿਸ ਕੈਂਸਰ, ਮਾਊਥ ਕੈਂਸਰ ਜਿਹੜਾ ਉਹਨੂੰ ਹੋ ਗਿਆ ਸੀ। ਬੜੀ ਇਬਰਤਨਾਕ ਇਹਨੂੰ ਮੌਤ ਆਈ, ਤੇ ਇਹ ਤਾਰੀਖ ਦਾ ਹਿੱਸਾ ਹੈ। ਹੁਣ ਰਾਣਾ ਸਾਹਿਬ, ਬੜੇ ਮਜ਼ੇ ਦੀ ਗੱਲ ਹੈ, ਇਹ ਤਾਰੀਖ ਤੁਹਾਨੂੰ ਕੋਈ ਪੜ੍ਹਾਉਂਦਾ ਹੀ ਨਹੀਂ ਜੀ। ਇਹ ਤਾਰੀਖ ਦਾ ਇਹ ਪਹਿਲੂ ਕੋਈ ਤੁਹਾਨੂੰ ਦੱਸਦਾ ਹੀ ਨਹੀਂ। ਤੇ ਇਹ ਜਿਹੜੀ ਮਿਸਲਾਂ ਸਨ, ਹੁਣ ਮੈਂ ਪੈਰਲ ਹਿਸਟਰੀ ਤੁਹਾਨੂੰ ਦੱਸਦਾ। ਜਿਸ ਵੇਲੇ ਵਾਪਸ ਜਾਂਦੇ ਸਨ ਤੇ ਭੰਗੀ ਸਰਦਾਰਾਂ ਨੇ, ਭੰਗੀ ਜਿਹੜੇ ਸਨ, ਦੇ ਯੂਜ਼ ਟੂ ਡਰਿੰਕ ਭੰਗ ਪੀਤੇ थे। भंगी सरदारों ने चट्ठों के साथ जंग की, गुजरांवाला। अहमद शाह अब्दाली ने अपनी तोप ਚੱਠਿਆਂ ਨੂੰ ਦਿੱਤੀ ਸੀ, ਜਿਹੜੀ ਅਬਦਾਲੀ ਦੀ ਗਨ ਕਹਿਲਾਂਦੀ ਸੀ, ਅਹਿਮਦ ਚੱਠਾ, ਹਾਂ, ਉਹਨਾਂ ਨੂੰ ਦਿੱਤੀ ਸੀ। ਚੱਠਿਆਂ ਨੂੰ ਸ਼ਿਕਸਤ ਹੋ ਗਈ ਭੰਗੀ ਸਰਦਾਰਾਂ ਤੋਂ, ਉਹਨਾਂ ਦੇ ਹੱਥ ਤੋਪ ਲੱਗ ਗਈ। ਜਿਸ ਲਈ ਤੋਪ ਲੱਗੀ ਹੈ, ਇਹ ਤੋਪ ਖਿੱਚੀ, तोप को खींच के ले जाते थे कभी सियालकोट के किले, उत्थों पैसे वसूल कर लेंदे सन। उत्थों निकल के डस्के दे किले, उत्थों समड़ियाल दे किले, उत्थों निकल के शेखुपुरा निकल के कसूरों निकल के छोटे मोटे इलाकियां दे विच, ते फाइनली ये तोप लैके लाहौर आ जांदे सी। लाहौर कोल पैसा ही नहीं सी, कारोबार तबाह हाल सी, पैसा ही नहीं सी। ते ना सरदार ने कहा असी ते असी तुहाडी लाहौर आ लिओ, असी तुहाडे ते कब्जा कर लैंदे। ਤੇ ਇਹਨਾਂ ਨੇ ਲਾਹੌਰ ਦੇ ਉੱਤੇ ਕਬਜ਼ਾ ਕੀਤਾ। ਤੇ ਤਿੰਨੇ ਸਰਦਾਰ ਸਨ, ਗੁੱਜਰ ਸਿੰਘ, ਲੈਣਾ ਸਿੰਘ ਤੇ ਸੋਭਾ ਸਿੰਘ। ਗੁੱਜਰ ਸਿੰਘ ਕਹਿੰਦਾ ਮੈਂ ਦੂਰ ਸ਼ਹਿਰ 'ਚ ਇੰਟਰਸਟਡ ਨਹੀਂ ਗਾ, ਮੈਂ ਆਪਣਾ ਇਲਾਕਾ ਸ਼ਹਿਰੋਂ ਬਾਹਰ ਬਣਾਵਾਂਗਾ। ਤਾਂ ਈਸਟਰਨ ਲਾਹੌਰ ਦਾ ਜਿਹੜਾ ਮਸ਼ਰਕੀ ਇਲਾਕਾ ਸੀ, ਸਾਰਾ ਉਹਦੇ ਕਬਜ਼ੇ ਹੀ ਸੀ। ਤੇ ਉਹਦੇ ਕੋਲ ਬਹੁਤ ਸਾਰਾ ਮਾਲ ਡੰਗਰ ਹੁੰਦਾ ਸੀ, ਬਹੁਤ ਸਾਰਾ ਮਾਲ ਡੰਗਰ ਹੁੰਦਾ ਸੀ। ਤੇ ਜਿਹੜਾ ਮਾਲ ਡੰਗਰ ਦਾ ਗ੍ਰੇਜ਼ਿੰਗ ਪੁਆਇੰਟ ਸੀ, ਉਹ ਲਾਹੌਰ ਸ਼ਹਿਰ ਤੋਂ ਅੰਮ੍ਰਿਤਸਰ ਤੱਕ ਸੀ। ਗੁੱਜਰ ਸਿੰਘ ਦਾ ਮਾਲ, ਜਾਂ ਗੁੱਜਰ ਸਿੰਘ ਦੀ ਭੈਂਸ ਜਾਂ ਗਾਏ ਜਾਂ ਬੱਕਰੀ ਜਾਂ
ਕਿਸੇ ਦੇ ਵੀ ਖੇਤ 'ਚ ਜਾ ਕੇ ਚਾਰਾ ਚੱਕ ਖਾਵੇ, ਹੂੰ ਕਿਸੇ ਦੀ ਜ਼ਰੂਰਤ ਨਹੀਂ ਸੀ ਗੁੱਜਰ ਸਿੰਘ ਦਾ ਮਾਲ ਬਾਹਰ ਕੱਢਦੇ। ਹੂੰ, ਇਹ ਤਾਂ ਜ਼ੁਲਮ ਸੀ। ਤੇ ਉਹਨੇ ਸ਼ਹਿਰ ਲਾਹੌਰ ਤੋਂ ਬਾਹਰ ਇੱਕ ਬੜਾ ਅੱਛਾ ਬੜਾ ਪੁਖਤਾ ਇੱਕ ਕਿਲ੍ਹਾ ਬਣਵਾ ਲਿਆ ਸੀ ਆਪਣਾ, ਕਿਲ੍ਹਾ ਗੁੱਜਰ ਸਿੰਘ। ਦੂਜਾ ਸੀ ਸੋਭਾ ਸਿੰਘ, ਉਹਨੇ ਅੰਦਰੂਨ ਸ਼ਹਿਰ ਤੇ ਕਾਬਜ਼ ਹੋ। ਉਹਨੇ ਕੀ ਕੀਤਾ ਕਿ ਸੋਭਾ ਸਿੰਘ ਨੇ ਅੰਦਰੂਨ ਸ਼ਹਿਰ ਲਾਹੌਰ ਤੇ ਸਾਰੇ ਦਰਵਾਜ਼ਿਆਂ ਤੇ ਫਸੀਲਾਂ ਚੜਾਤੀਆਂ। ਹੂੰ ਜਿਸਲੇ ਫਸੀਲਾਂ ਚੜਾਈਆਂ ਤੇ ਫਸੀਲਾਂ ਚੜਾਉਣ ਤੋਂ ਬਾਅਦ ਦੋ ਦਰਵਾਜ਼ੇ ਆਪਰੇਸ਼ਨਲ ਕੀਤੇ, ਇੱਕ ਲਾਹੌਰੀ ਦਰਵਾਜ਼ਾ ਤੇ ਇੱਕ ਦਿੱਲੀ ਦਰਵਾਜ਼ਾ। ਓਕੇ, ਹੁਣ ਜਿਹੜਾ ਸ਼ਹਿਰ ਲਾਹੌਰ ਦਾ ਬੰਦਾ ਹੈ, ਲਾਹੌਰ ਸ਼ਹਿਰ ਤੋਂ ਬਾਹਰ ਜਾਂਦਾ ਸੀ, ਉਹ ਟੈਕਸ ਪੇ ਕਰਕੇ ਜਾਂਦਾ ਸੀ ਹੂੰ ਤੇ ਟੈਕਸ ਪੇ ਕਰਕੇ ਵਾਪਸ ਆਉਂਦਾ ਸੀ। ਦਿਹਾੜੀ ਕਮਾਉਂਦੇ ਸਨ, ਹੂੰ, ਲੱਕੜੀ ਬਾਹਰੋਂ ਲਿਆਉਂਦੇ ਸਨ। ਹੁਣ ਪੈਸੇ ਹੀ ਨਹੀਂ ਸਨ, ਉਹ ਘਰ ਦਾ ਸਮਾਨ ਗਿਰਵੀ ਰਖਾਉਂਦੇ ਸਨ, ਬਾਹਰ ਜਿਹੜੀ ਦਿਹਾੜੀ ਲੱਗਦੀ ਸੀ ਉਹ ਸਮਾਨ ਹੀ ਛੁਡਾ ਕੇ ਵਾਪਸ ਲਿਆਉਂਦੇ ਸੀ। ਤੇ ਇਹ ਸੀ ਇਹਦਾ ਹਾਲ। ਤੇ ਤੀਸਰਾ ਭਾਈ ਜਿਹੜਾ ਸਰਦਾਰ ਲੈਣਾ ਸੀ। ਸਰਦਾਰ ਲਹਿਣਾ ਸਿੰਘ, ਉਹ ਨਵਾਂ ਕੋਟ ਦਾ ਇਲਾਕਾ। ਹੂੰ ਹੁਣ ਮੈਂ ਤੁਹਾਨੂੰ ਆਪਣੀ ਗੁਫ਼ਤਗੂ ਦੇ ਵਿੱਚ ਇਹ ਦੱਸਾਂਗਾ ਕਿ ਕਿੰਨਾ ਇੰਪੋਰਟੈਂਟ ਇਲਾਕਾ ਹੈ। ਹੂੰ ਉਸ ਵੇਲੇ ਕਸ਼ਮੀਰ ਤੋਂ ਦਰਿਆ ਰਾਵੀ ਦੇ ਜ਼ਰੀਏ ਟ੍ਰੇਡ ਹੁੰਦੀ ਸੀ ਤੇ ਅਰੇਬੀਅਨ ਸੀ ਤੇ ਕਸ਼ਤੀ ਚੱਲ ਕੇ ਜਾਂਦੀ ਸੀ। ਓਕੇ, ਸੋ ਤੇ ਪੂਰੇ ਇਲਾਕੇ ਦਾ ਸਮਾਨ ਨਵਾਂ ਕੋਟ ਦੇ ਇਲਾਕੇ ਆ ਕੇ ਰੁਕਦਾ ਸੀ, ਉਸ 'ਤੇ ਮਹਿਸੂਲ ਲੱਗਦਾ ਸੀ ਔਰ ਉੱਥੇ ਹੀ ਡਿਸਟਰੀਬਿਊਟ ਹੁੰਦਾ ਸੀ ਪੰਜਾਬ ਪੂਰੇ ਦੇ ਵਿੱਚ। ਤੇ ਉਸ ਮੰਡੀ ਦਾ ਇੰਚਾਰਜ ਬਣ ਗਿਆ, ਉਸ ਦੇ ਇਲਾਕੇ ਸਾਰੇ ਆਪਣੇ ਕਬਜ਼ੇ 'ਚ ਲੈ ਲਿੱਤੇ ਤੇ ਬੜਾ ਪੈਸਾ ਕਮਾਉਂਦਾ ਸੀ। ਇਹ ਸੀ, ਦਿਸ ਵਾਸ ਦੀ ਅਰੇਂਜਮੈਂਟ। ਇਹਨਾਂ ਨੇ ਕੋਈ 27 ਕਿਸਮ ਦੇ, ਸੋਭਾ ਸਿੰਘ ਨੇ 27 ਕਿਸਮ ਦੇ ਟੈਕਸ ਲਾਤੇ ਸਨ ਮਦੂਨ ਸ਼ਹਿਰ ਦੇ ਉੱਤੇ। ਉਹ ਅੱਛਾ, ਬੜੇ ਮਜ਼ੇ ਦੀ ਗੱਲ ਹੈ, ਸਾਡੇ ਲੋਕਲ ਗਵਰਨਮੈਂਟ ਯੂਨੀਅਨ ਕਾਉਂਸਲ ਦੇ ਵਿੱਚ ਵੀ ਨਾ ਉਹ 27 ਟੈਕਸ ਚੱਲਦੇ ਪਏ ਨੇ। ਹੂੰ ਜਿਵੇਂ ਮੈਨੂੰ ਬੜੀ ਹੈਰਾਨਗੀ ਹੋਈ ਕਿ ਜਿਸ ਵੇਲੇ ਮੈਂ ਯੂਨੀਅਨ ਕਾਉਂਸਲ ਦਾ ਲਾਅ ਪੜ੍ਹਿਆ ਕਿ ਜੀ ਕਿਹੜਾ ਕਿਹੜਾ ਟੈਕਸ ਅਸੀਂ ਲਾ ਸਕਦੇ ਹਾਂ। ਕਹਿੰਦਾ ਸ਼ਾਦੀ ਟੈਕਸ, ਹੂੰ ਜਿਹੜਾ ਸ਼ਾਦੀ ਕਰੇਗਾ ਟੈਕਸ ਪੇ ਕਰੇਗਾ। ਪੈਦਾਇਸ਼ ਟੈਕਸ, ਜਿਹੜਾ ਬੱਚਾ ਪੈਦਾ ਹੋਏਗਾ ਟੈਕਸ ਪੇ ਕਰੇਗਾ। ਚੂਲਾ ਟੈਕਸ, ਜਿਹਦੇ ਘਰ ਇੱਕ ਚੂਲਾ ਉਹ ਇੱਕ ਟੈਕਸ ਦੇਗਾ, ਦੋ ਚੂਲੇ ਨੇ ਦੋ ਟੈਕਸ ਦੇਗਾ। ਹੂੰ, ਇਸ ਤਰ੍ਹਾਂ ਦੇ 27 ਕਿਸਮ ਦੇ। ਤੜਤ ਟੈਕਸ, 5 ਸ਼ੇਰ ਤੋਂ ਸਮਾਨ, ਜ਼ਿਆਦਾ ਹੈ। ਇੱਕ ਤੜੀ ਤੋਂ ਸਮਾਨ ਅਗਰ ਜ਼ਿਆਦਾ ਹੋਏਗਾ ਤਾਂ ਉਹ ਟੈਕਸ ਪੇ ਕਰੇਗਾ। ਤੇ ਇਹ ਟੈਕਸਿਸ ਸਨ ਜਿਹੜੇ ਇਹਨੇ ਲਾਏ ਸੀ। ਲਾਹੌਰ ਦੇ ਲੋਕ ਇਹਨਾਂ ਕੋਲੋਂ ਬੜੇ ਤੰਗ ਸਨ। ਤੁਹਾਨੂੰ ਇੱਕ ਹਕੀਕਤ ਗੱਲ ਹੋਰ ਦੱਸ ਦਈਏ, ਇਹ ਜਿਹੜਾ ਸੋਭਾ ਸਿੰਘ ਸੀ, ਇਹਨੇ ਅੰਦਰੂਨ ਸ਼ਹਿਰ ਦੀ ਮਸਜਿਦਾਂ ਤੇ ਤਾਲੇ ਪਵਾਤੇ, ਤਾਲੇ ਲਵਾਤੇ। ਵਜ੍ਹਾ ਇਹ ਦੱਸਦਾ ਸੀ ਕਿ ਜਿਹੜੇ ਮੁਸਲਮਾਨ ਅਜ਼ਾਨਾਂ ਦਿੰਦੇ ਨੇ ਤੇ ਹਿੰਦੂ ਤੇ ਸਿੱਖ ਔਰਤਾਂ ਜਿਨ੍ਹਾਂ ਦੇ ਢਿੱਡ 'ਚ ਬੱਚੇ ਹੁੰਦੇ ਨੇ, ਉਹ ਅਜ਼ਾਨ ਸੁਣਦੇ ਨੇ ਤੇ ਉਹ ਮੁਸਲਮਾਨ ਹੋ ਜਾਂਦੇ ਨੇ। ਹੂੰ ਲਿਹਾਜ਼ਾ ਅਜ਼ਾਨ ਬੰਦ ਕਰ ਦਿੱਤੀ ਹੈ। ਉਹਨਾਂ ਨੇ ਮੁਸਲਮਾਨਾਂ ਦੇ ਤਾਲੇ ਪਵਾਏ ਮਸਜਿਦਾਂ ਤੇ ਸਾਡੇ ਹਿੰਦੂ ਤੇ ਸਿੱਖ ਬਰਾਦਰੀ ਨੇ ਕਿ ਜੇ ਮੁਸਲਮਾਨ ਨਮਾਜ਼ ਨਹੀਂ ਪੜ੍ਹ ਸਕੇਗਾ ਤੇ ਅਸੀਂ ਵੀ ਠਾਕੁਰਾਂ ਦੇ ਵਿੱਚ ਆਪਣੇ ਟੱਲ ਨਹੀਂ ਵਜਾਵਾਂਗੇ, ਅਸੀਂ ਵੀ ਭਜਨ ਨਹੀਂ ਗਾਵਾਂਗੇ। ਤੇ ਸਿੱਖਾਂ ਨੇ ਕਿਹਾ ਅਸੀਂ ਵੀ ਕੀਰਤਨ ਨਹੀਂ ਕਰਾਂਗੇ। ਉਹਨਾਂ ਨੇ ਆਪਣਾ ਗ੍ਰੰਥ ਸਾਹਿਬ ਨੂੰ ਸੰਤੋਖ ਕਰ ਦਿੱਤਾ, ਬੰਦ ਕਰ ਦਿੱਤਾ। ਇਹ ਇਤਜਾਜ ਸੀ। ਦਿਸ ਇਜ਼ ਦੀ ਬ੍ਰਦਰਹੁੱਡ ਆਫ ਲਾਹੌਰ। ਹੁਣ ਤੁਹਾਨੂੰ ਮੈਂ ਬੜੇ ਮਜ਼ੇ ਦੀ ਗੱਲ ਦੱਸਾਂ, ਲਾਹੌਰ ਦੇ ਲੋਕ ਇਹਨਾਂ ਕੋਲੋਂ ਤੰਗ, ਸਰਦੀ ਆਉਂਦੀ ਸੀ ਇਹ ਵਾਪਸ ਚਲੇ ਜਾਂਦੇ ਸਨ। ਸਰਦੀਆਂ ਆਉਣ ਲੱਗੀ ਤੇ ਇਹ ਅਗਵਾਨੀ ਆ ਜਾਂਦੇ ਸਨ। ਇਹ ਤਿੰਨੇ ਸਰਦਾਰ ਨੱਸ ਜਾਂਦੇ ਸਨ ਲਾਹੌਰ ਤੋਂ, ਆਪਣਾ ਬੋਰੀ ਬਿਸਤਰ ਚੁੱਕਿਆ ਤੇ ਲਾਹੌਰ ਛੱਡ ਕੇ ਆਪਣੇ ਪਿੰਡਾਂ 'ਚ ਚਲੇ ਗਏ। ਉਹ 6 ਮਹੀਨੇ ਉਹ ਰੂਲ ਕਰਦੇ ਸਨ, 6 ਮਹੀਨੇ ਇਹ ਰੂਲ ਕਰਦੇ ਸਨ। ਤੇ ਇਸ ਅਰੇਂਜਮੈਂਟ 'ਤੇ ਲਾਹੌਰੀ ਬੜੇ ਹੀ ਤੰਗ ਸਨ, ਬੜੇ ਹੀ ਜ਼ਿਆਦਾ ਤੰਗ ਸਨ। ਇਹਨਾਂ ਨੇ ਇੱਕ ਦਿਨ ਸੋਚਿਆ, ਸ਼ਹਿਰ ਦੇ ਮਾਇਦੀਨ ਸਾਰੇ ਇਕੱਠੇ ਹੋਏ, ਸਾਰੇ ਵੱਡੇ ਵੱਡੇ ਸਿਰਾਂ ਵਾਲੇ, ਵੱਡੇ ਵੱਡੀ ਪੱਗਾਂ ਵਾਲੇ ਬਜ਼ੁਰਗ, ਕੀ ਕੀਤਾ ਜਾਏ, ਅਸੀਂ ਇੱਕ ਆਪਣੀ ਹਕੂਮਤ ਕਿਉਂ ਨਾ ਬਣਾਈਏ। ਤੇ ਸੋਚਿਆ ਗਿਆ ਕਿ ਅਸੀਂ ਕਿਹਨੂੰ ਬਾਦਸ਼ਾਹ ਬਣਾਈਏ ਕਿ ਜਿਹੜਾ ਸਾਨੂੰ ਇਹਨਾਂ ਪੰਗੀ ਸਰਦਾਰਾਂ ਕੋਲੋਂ ਤੇ ਅਗਵਾਨੀਆਂ ਕੋਲੋਂ ਸਾਨੂੰ ਪ੍ਰੋਟੈਕਸ਼ਨ ਦੇਗਾ। ਸੋਚ ਵਿੱਚ ਪੈ ਗਏ। ਉਸ ਵੇਲੇ ਪੰਜਾਬ ਦੇ ਵਿੱਚ ਬੜੇ ਵੱਡੇ ਵੱਡੇ ਨਾਂ ਸਨ, ਜਿਵੇਂ ਮੈਂ ਤੁਹਾਨੂੰ ਜ਼ਿਕਰ ਕੀਤਾ ਜੱਸਾ ਸਿੰਘ ਆਹਲੂਵਾਲੀਆ ਵੀ ਸੀ ਤੇ ਬੜੇ ਬੜੇ ਸਰਦਾਰ ਸਨ। ਰਾਮਗੜੀਆ ਮਿਸਲ ਬੜੀ ਵੱਡੀ ਸਰਦਾਰ ਸਨ। ਤੇ ਇਹਨਾਂ ਨੇ ਕਿਹਾ ਕਿ ਨਹੀਂ,
ਅਸੀਂ ਚੂਜ਼ ਕਰਦੇ ਹਾਂ ਕਿਸੇ ਐਸੇ ਸ਼ਖਸ ਦੀ ਜਿਹੜਾ ਸਾਡਾ ਤਾਬੇਦਾਰ ਵੀ ਰਵੇ, ਬਹਾਦਰ ਵੀ ਹੋਵੇ ਤੇ ਸਾਨੂੰ ਪ੍ਰੋਟੈਕਸ਼ਨ ਦੇਵੇ। ਹੂੰ ਤੇ ਇਹਨਾਂ 'ਚ ਛੋਟੀ ਮਿਸਲ ਸੀ ਸ਼ੱਕਰ ਚੂਕਿਆ ਮਿਸਲ। ਸ਼ੱਕਰ ਚੂਕਿਆ ਮਿਸਲ ਦਾ ਸਰਦਾਰ ਸੀ ਰਣਜੀਤ ਸਿੰਘ। ਹੀ ਵਾਜ਼ ਹਾਰਡਲੀ 19 ਇਅਰਸ ਆਫ ਏਜ, 19 ਸਾਲ ਦੀ ਉਮਰ ਸੀ। ਇਸ 19 ਸਾਲ ਦੇ ਵਿੱਚ ਲਾਹੌਰ ਦੇ ਲੋਕਾਂ ਨੇ ਇਹਨੂੰ ਖਤ ਲਿਖਿਆ ਕਿ ਅਸੀਂ ਤੈਨੂੰ ਆਪਣਾ ਬਾਦਸ਼ਾਹ ਚੁਣਨਾ ਚਾਹੁੰਦੇ ਹਾਂ। ਅੱਛਾ, ਮੈਂ ਇੱਥੇ ਇੱਕ ਸਵਾਲ ਕਰਨਾ ਚਾਹਾਂਗਾ ਹਾਂ, ਕਿ ਉਹ ਜਿਹੜਾ ਖਤ ਲਿਖਿਆ ਲਾਹੌਰ ਦੇ ਲੋਕਾਂ ਨੇ, ਉਹਨਾਂ 'ਚ ਅਕਸਰੀਤੀ ਕਿਹੜੇ ਲੋਕ ਸਨ ਜਿਨ੍ਹਾਂ ਨੇ ਖਤ ਲਿਖਿਆ? ਮੈਂ ਦੱਸਦਾ ਤੁਹਾਨੂੰ। ਉਹਨਾਂ ਨੇ ਇਹ ਖਤ ਲਿਖਿਆ रंजीत सिंह ने, सरदार रंजीत सिंह से, कि हम तुझे अपना बादशाह चुनते हैं मगर तू हमसे वादा कर कि तू, और ये शराइत है। वो पहली शर्त की सी कि तुम जब लाहौर आओगे हमें लूटोगे नहीं, क्योंकि हम इतनी दफ़ा लूट चुके हैं, हमारे पास कुछ भी देने को नहीं, तुम हमें लूटोगे नहीं। दूसरा, हमें मज़हब की प्रैक्टिस करने की आज़ादी मिलनी चाहिए, हमारी मसाजिद खुले, हमारे गुरुद्वारे खुले। तीसरा, इन भंगी सरदारों से और अगवानियों से हमें प्रोटेक्शन मिलेगी, तुमने देनी है। और चौथा, हमारी अदालतों में इंसाफ देना है। ये 4 शराइत है। अगर ये 4 शराइत दुनिया का कोई हुक्मरान भी पूरा करे, प्रोटेक्शन का, माल के तहफ़्फ़ुज़ का, और दूसरा क्या था जी, मज़हब की आज़ादी का, और दुश्मन से बचाव का, तो वो तो कामयाब हुकूमत है। तो इस 19 साल जवान रंजीत सिंह ने जब ख़त पढ़ा तो ख़त में 13 सिग्नेचर्स थे। 13 लाहौर के 13 लोगों के सिग्नेचर्स थे। अब वो 13 जो साइन थे उसमें वो नाम मिलते हैं, तारीख़ में उनके नाम है, मैंने लिखे हुए भी हैं। और आप यकीन करेंगे राना साहब, ਤੁਸੀਂ हैरान ਹੋਵੋਗੇ, ਜਿਹੜੇ 13 ਸਿਗਨੇਚਰਸ ਨੇ, 13 ਦਸਖਤ ਤੇ ਸਟੈਂਪ ਲੱਗੀਆਂ ਨੇ, ਉਹਦੇ ਵਿੱਚ 11 ਮੁਸਲਮਾਨ ਨੇ। 11 ਮੁਸਲਮਾਨ ਨੇ, ਇੱਕ ਹਿੰਦੂ ਹੈ ਤੇ ਇੱਕ ਸਿੱਖ। ਇਮੇਜਿਨ ਕਰੋ। ਰਣਜੀਤ ਸਿੰਘ ਨੇ ਖਤ ਪੜ੍ਹਿਆ, ਰਣਜੀਤ ਸਿੰਘ ਸੋਚੀ ਪੈ ਗਿਆ ਕਿ ਇਹ ਨਾ ਹੋਵੇ ਕਿ ਇਹ ਖਤ ਕਿਦੀ ਝੂਠਾ ਨਾ ਹੋਵੇ, ਮੈਨੂੰ ਕੋਈ ਫਸਾ ਨਾ ਰਿਹਾ ਹੋਵੇ। दूरदर्श आदमी सी। रंजीत सिंह का एक मुंशी सी भाई राम सिंह, वो इत्थे लाहौर तो साडे बजुर्गों के मदरसे तो पढ़िया उन्हें। अच्छा। तो भाई राम सिंह ने कहा कि अगर इस खत की तस्दीक फ़कीर सैयद गुलाम मुहिउद्दीन नौशासानी रहमतुल्लाह अलैह कर देते हैं तो यह खत फिर सानू कोई डाउट नहीं। जिसने खत लैके आए ने तो वह सोनलाल सूरी कोल भी गया जिहड़ा तारीखदान सी, तो उन्हें मुस्कुराया कि क्या कि वेख है तो मैं अपनी किताब भी लिख बैठे हैं कि एक दिन फ़कीर गुलाम मुहिउद्दीन मेरे को आए तो 3 साल पहले की गल है, उन्हें कहा फिक्र ना करो सानू अमन आएगा, तो एक शख्स तख्त पर बैठेगा जिसका नाम रंजीत होएगा। वो ए पेशन गोई फ़कीर गुलाम मुहिउद्दीन दी 3 साल बाद पूरी होंदी है। तो फ़कीर गुलाम मुहिउद्दीन को गए तो उन्होंने तस्दीक की, कहते बिल्कुल रंजीत सिंह आंदा है अपनी सस की फौज के नाल, छोटी जी फौज सस दी भी है, सदा कौर दे। महारानी सदा कौर एक बड़ा ही ताबनाक पर्सनैलिटी है, वो असीं फिर गल करांगे महारानी सदा कौर, क्योंकि इस गुफ्तगू दे विच इन्नियां ज़्यादा शाखां निकल आईयां ने कि मैं समझ नहीं आती। आई जस्ट वांटेड टू बी कंसनट्रेट ऑन योर क्वेश्चन। तो महारानी सदा कौर ਦੀ ਫੌਜ ਦੇ ਨਾਲ ਆਇਆ, 3 ਦਿਨ ਦੀ ਛੋਟੀ ਜਿਹੀ ਝੜਪ ਹੋਈ। ਜਿਸ ਵੇਲੇ ਲਾਹੌਰ ਇਹਨਾਂ ਦੀ ਫੌਜ ਆਂਦੀ ਹੈ ਤੇ ਐਜ਼ ਯੂਜੂਅਲ ਸਾਡੇ ਜਿਹੜੀ ਪਹਿਲੀ ਲਾਹੌਰ ਦੀ ਛਾਉਣੀ ਸੀ ਉਹ ਬਾਰਾਦਰੀ ਵਜ਼ੀਰ ਖਾਨ ਸੀ। ਬਾਰਾਦਰੀ ਵਜ਼ੀਰ ਖਾਨ ਪੰਜਾਬ ਪਬਲਿਕ ਲਾਇਬ੍ਰੇਰੀ, ਉੱਥੋਂ ਫਿਰ ਲਾਹੌਰੀ ਦਰਵਾਜ਼ਾ ਖੁੱਲ੍ਹਦਾ ਹੈ ਤੇ ਅੰਦਰ ਆਉਂਦਾ ਹੈ ਤਾਂ ਸੋਭਾ ਸਿੰਘ ਵੀ ਚਲਾ ਜਾਂਦਾ ਹੈ ਤੇ ਗੁੱਜਰ ਸਿੰਘ ਵੀ ਨੱਸ ਜਾਂਦਾ ਹੈ। ਛੋਟੀ ਜਿਹੀ ਲੜਾਈ ਹੁੰਦੀ ਹੈ, ਰਣਜੀਤ ਸਿੰਘ ਲਾਹੌਰ ਤੇ ਫਾਤਿਹ ਬਣ ਕੇ ਆਉਂਦੇ ਨੇ। ਹੁਣ ਸਾਡੇ ਹਿਸਟੋਰੀਅਨਸ, ਸਾਡੇ ਇੰਟੈਲੈਕਟਸ, ਸਾਡੇ ਤਾਰੀਖ ਦੇ ਸਟੂਡੈਂਟਸ ਵੀ ਹਮੇਸ਼ਾ ਇਹ ਗੱਲ ਕਰਦੇ ਨੇ,
ਹਮੇਸ਼ਾ ਇਹ ਗੱਲ ਕਰਦੇ ਨੇ ਕਿ ਰਣਜੀਤ ਸਿੰਘ 1799 पे लाहौर पे काबिज हुआ। ਕਾਬਜ਼ ਹੁਆ। अच्छा, कब्ज़ा होंदा है भाई साहब, तुसी तशरीफ ले आए हो फ़कीर खाने म्यूजियम, मेरी दावत ते आए हो, तुसी काबिज नहीं हो, तुसी ते निजात दिंदहान हो, तुसी ते मैनू महाराजा रंजीत सिंह लाहौर दी प्रोटेक्शन वास्ते आया, और डाकू बन के नहीं आया, बुलवाया गया, ਉਹਨੂੰ ਬੁਲਵਾਇਆ ਗਿਆ, ਉਹਨੂੰ ਇੱਜ਼ਤ ਦਿੱਤੀ ਗਈ। ਤੇ ਇੱਥੋਂ ਫਿਰ ਇੱਕ ਨਵਾਂ ਦੌਰ ਚੱਲਦਾ ਹੈ, ਮਹਾਰਾਜਾ ਰਣਜੀਤ ਸਿੰਘ ਦਾ ਦੌਰ ਹੈ। ਇਹ ਸਰਦਾਰ ਰਣਜੀਤ ਸਿੰਘ ਤੋਂ ਫਿਰ ਰਾਜਾ ਰਣਜੀਤ ਸਿੰਘ, ਫਿਰ ਮਹਾਰਾਜਾ ਕਿਵੇਂ ਕੋ ਆਇਆ, ਇਹ ਬੜੀ ਇੰਟਰਸਟਿੰਗ